ਲੈਂਦਾ ਹੈ। ਪਹਿਲਾਂ ਸਿੱਧਾ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਜਿਹੜੀ ਅੱਜ ਕਰੂੰਗਾ ਸਾਡੇ ਦਰਸ਼ਕਾਂ ਨੂੰ ਵੀ ਤੇ ਰਾਜੇਵਾਲ ਸਾਹਿਬ ਨੂੰ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਰਾਜੇਵਾਲ ਸਾਹਿਬ, ਪਹਿਲਾ ਸਵਾਲ ਹੀ ਆਪਾਂ ਇੱਥੋਂ ਸ਼ੁਰੂ ਕਰਨਾ ਵੀ ਵੱਖ-ਵੱਖ ਖਾਪ ਪੰਚਾਇਤਾਂ ਹੋ ਰਹੀਆਂ ਕੱਲ੍ਹ ਦੀਆਂ ਤੇ ਵੱਖ-ਵੱਖ ਜਗ੍ਹਾ ਜਿਹੜੇ ਆ ਆਪਣੇ ਜਿੰਨੇ ਵੀ ਕਿਸਾਨ ਲੀਡਰ ਆ ਉਹ ਚੱਕਾ ਜਾਮ ਵੀ ਹੋਇਆ। ਸੋ ਇਹਦੇ ਬਾਰੇ ਤੁਸੀਂ ਅੱਜ ਜਿਹੜੀ ਕਰੰਟ ਸਿਚੁਏਸ਼ਨ ਆ ਉਹਦੇ ਬਾਰੇ ਸਾਨੂੰ ਪਹਿਲਾਂ ਥੋੜਾ ਜਿਹਾ ਚਾਨਣਾ ਉਹਦੇ ਬਾਰੇ ਪਾ ਦਿਓ। ਅੱਜ ਕਰੰਟ ਸਿਚੁਏਸ਼ਨ ਕੀ ਚੱਲ ਰਹੀ ਹੈ ਆਪਣੀ? ਦੇਖੋ ਜੀ, ਇਸ ਵੇਲੇ ਮੋਰਚਾ ਫੇਰ ਦੁਬਾਰਾ ਉਸੇ ਪੀਕ ਤੇ ਚਲਾ ਗਿਆ ਜਿਹੜਾ 26 ਜਨਵਰੀ ਨੂੰ ਸੀ। ਪੰਜਾਬ ਵਿੱਚੋਂ ਵੀ ਬਹੁਤ ਸਾਰੇ ਲੋਕੀ ਫੇਰ ਦੁਬਾਰਾ ਆਉਣੇ ਸ਼ੁਰੂ ਹੋ ਗਏ ਔਰ ਪਿੰਡਾਂ ਦੇ ਵਿੱਚ ਲੋਕੀ ਅਨਾਉਂਸਮੈਂਟਸ ਕਰ ਰਹੇ ਨੇ, ਪੰਚਾਇਤਾਂ ਮਤੇ ਪਾ ਰਹੀਆਂ ਨੇ ਵੀ ਹਰ ਘਰ ਚੋਂ ਬੰਦਾ ਇਸ ਮੋਰਚੇ 'ਚ ਸ਼ਾਮਲ ਹੋਣਾ ਚਾਹੀਦਾ। ਜਿਹੜੇ ਘਰ ਚੋਂ ਬੰਦਾ ਨਹੀਂ ਸ਼ਾਮਲ ਹੋਏਗਾ ਉਹਨੂੰ ਸਮਾਜਿਕ ਤੌਰ ਤੇ ਕਿਸੇ ਪਿੰਡ ਨੇ ਜੁਰਮਾਨਾ ਰੱਖਿਆ 2100, ਕਿਸੇ ਨੇ 5000। ਉਹ ਆਪੋ ਆਪਣੇ ਸਾਧਨਾਂ ਰਾਹੀਂ ਲੋਕੀ ਪਿੰਡਾਂ 'ਚੋਂ ਟਰਾਲੀਆਂ ਕਰਕੇ ਫੇਰ ਨਵੇਂ ਸਿਰੇ ਆਉਣੇ ਸ਼ੁਰੂ ਹੋ ਗਏ। ਜਿਹੜੀ ਇੱਕ ਵਾਰੀ 26 ਤਰੀਕ ਨੂੰ ਝਟਕਾ ਲੱਗਿਆ ਸੀ, ਡਿਮੋਰਲਾਈਜੇਸ਼ਨ ਹੋਈ ਸੀ, 27 ਨੂੰ ਲੋਕ ਮੁੜੇ ਸੀ, 28 ਤਰੀਕ ਤੋਂ ਫੇਰ ਉਹੀ ਦੁਬਾਰਾ ਇਕੱਠ ਵਧਣਾ ਸ਼ੁਰੂ ਹੋ ਗਿਆ। ਔਰ ਜਦੋਂ 26 ਤਰੀਕ ਵਾਲੀ ਗੱਲ ਉਹਦੀ ਅਸਲੀਅਤ ਨੰਗੀ ਹੋਈ ਤਾਂ ਹਰਿਆਣਾ ਕੁੱਦ ਪਿਆ। ਉਧਰ ਰਕੇਸ਼ ਟਕੈਤ ਉਹਨਾਂ ਦੇ ਜਿਸ ਤਰ੍ਹਾਂ ਪੁਲਿਸ ਨੇ ਉਹਨਾਂ ਨਾਲ ਬਿਹੇਵ ਕੀਤਾ ਉਹਦਾ ਰਿਐਕਸ਼ਨ ਹੋਇਆ ਵੀ ਯੂਪੀ ਚੋਂ ਹਰਿਆਣੇ ਚੋਂ ਲੋਕੀ ਭੱਜ ਕੇ ਜਿਹੜਾ ਸੀ ਗਾਜ਼ੀਪੁਰ ਬਾਰਡਰ ਦੇ ਉੱਤੇ ਵੱਡੀ ਗਿਣਤੀ 'ਚ ਰਾਤੋਂ ਰਾਤ ਉੱਤੇ ਪਹੁੰਚ ਗਏ। ਤੇ ਅੱਜ ਸਥਿਤੀ ਇਹ ਹੈ ਵੀ ਸਾਡਾ ਜਿਹੜਾ ਪਹਿਲਾਂ ਤਾਂ ਇੱਕ ਇੱਥੇ KMP ਸੜਕ ਹੈ ਜਿਹੜੀ ਬਾਰੋਂ ਬਾਰ ਇੱਕ ਹੋਰ ਨਵੀਂ ਬਾਈਪਾਸ ਦਿੱਲੀ ਵਾਸਤੇ ਨਿਕਲੀ ਹੈ, ਉੱਥੇ ਤੱਕ ਟਰਾਲੀਆਂ ਦਾ ਸੀ ਸਾਰਾ ਜਮ੍ਹਾਂ ਹੋਈਆਂ ਸੀ। ਹੁਣ ਉਹ ਤੋਂ ਕੋਈ 1 ਕਿਲੋਮੀਟਰ ਹੋਰ ਅੱਗੇ ਤੱਕ ਟਰਾਲੀਆਂ ਖੜੀਆਂ। ਇਹ ਹਰ ਰੋਜ਼ ਸਾਰੇ ਥਾਂ ਹਰਿਆਣੇ ਦੇ ਵਿੱਚ ਰੋਜ਼ ਖਾਪ ਪੰਚਾਇਤਾਂ ਕਾਨਫਰੰਸਾਂ ਕਰਾ ਰਹੀਆਂ। ਅੱਜ ਵੀ ਅਸੀਂ ਇੱਕ ਖਾਪ ਦੀ ਪੰਚਾਇਤ ਚੋਂ ਆਏ ਹਾਂ ਜਿੱਥੇ ਘੱਟੋ ਘੱਟ ਲੱਖ ਦੇ ਕਰੀਬ ਜਿਹੜੇ ਕਿਸਾਨ ਸੀ, ਲੋਕ ਸੀ, ਉਹ ਇਕੱਠੇ ਹੋਏ ਸੀ। ਬਹੁਤ ਭਰਮਾ ਹੁੰਗਾਰਾ ਮਿਲ ਰਿਹਾ। ਅਸੀਂ 11 ਤਰੀਕ ਨੂੰ ਜਗਰਾਉਂ 'ਚ ਇਸੇ ਤਰ੍ਹਾਂ ਇੱਕ ਵੱਡਾ ਲੋਕਾਂ ਦੀ ਮੰਗ ਸੀ। ਅਸੀਂ ਇੱਥੋਂ ਵਿਹਲੇ ਤਾਂ ਹੋ ਨਹੀਂ ਸਕਦੇ, ਪਰ ਫਿਰ ਵੀ ਕਿਉਂਕਿ ਭਾਈਚਾਰਾ ਸਾਰਾ ਜਿਸ ਤਰ੍ਹਾਂ ਕਹਿੰਦਾ ਉਹਨਾਂ ਦੀ ਡਿਮਾਂਡ ਤੇ ਜਾਣਾ ਪੈਣਾ। 11 ਤਾਰੀਖ ਨੂੰ ਜਗਰਾਉਂ 'ਚ ਇੱਕ ਕਾਨਫਰੰਸ ਰੱਖ ਰਹੇ ਹਾਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿਆਰੀ ਹੋ ਰਹੀ ਹੈ ਉਹਦੀ। ਇਹ ਲੋਕਾਂ ਤੋਂ ਹੁਣ ਇਸ ਵੇਲੇ ਹੁੰਗਾਰੇ ਦੀ ਕੋਈ ਕਮੀ ਨਹੀਂ। ਫੇਰ ਨਵੇਂ ਸਿਰੇ ਉਸੇ ਪੂਰੇ ਜੋਸ਼ ਨਾਲ ਲੋਕੀ ਦੁਬਾਰਾ ਆਉਣੇ ਸ਼ੁਰੂ ਹੋ ਗਏ, ਬਹੁਤ ਸਾਰੇ ਪਹੁੰਚ ਗਏ। ਉਹੀ ਪਹਿਲੇ ਵਾਲਾ ਹੀ ਹਾਲ, ਬਲਕਿ ਉਹ ਤੋਂ ਵੀ ਬਿਹਤਰ ਹਾਲ ਹੈ ਇਸ ਵੇਲੇ। ਮੋਰਚੇ ਤੇ ਸਰਕਾਰ ਤੇ ਪੂਰਾ ਦਬਾਅ ਖੜਾ ਕੀਤਾ ਹੋਇਆ। ਠੀਕ ਹੈ ਜੀ, ਹਾਂ ਬਹੁਤ ਵਧੀਆ। ਜਿਹੜੀ ਹੁਣ ਤੁਸੀਂ ਗੱਲ ਦੱਸੀ ਵੀ ਮੋਰਚਾ ਪਹਿਲਾਂ ਨਾਲੋਂ ਵੀ ਜ਼ਿਆਦਾ ਚੜ੍ਹਦੀ ਕਲਾ 'ਚ ਚੱਲ ਰਿਹਾ ਹੈ। ਸੋ ਚੱਲਣਾ ਵੀ ਚਾਹੀਦਾ ਕਿਉਂਕਿ ਇਹ ਰੋਟੀ ਦਾ ਮਸਲਾ ਆ, ਕਿਸੇ ਧਰਮ ਦਾ, ਕਿਸੇ ਇੱਕ ਬੰਦੇ ਦਾ, ਕਿਸੇ ਇੱਕ ਜਾਤੀ ਦਾ, ਕਿਸੇ ਇੱਕ ਤਰ੍ਹਾਂ ਦੇ ਬੰਦਿਆਂ ਦਾ ਮਸਲਾ ਨਹੀਂ ਆ। ਔਰ ਰੋਟੀ ਦੀ ਜ਼ਰੂਰਤ ਹਰ ਇੱਕ ਨੂੰ ਹੁੰਦੀ ਆ। ਜੇ ਇਹ ਅੱਜ ਮੈਂ ਬਾਰ-ਬਾਰ ਇਹ ਗੱਲ ਕਹੀ ਜਾਂਦਾ ਵੀ ਇਸ ਤੋਂ ਬਿਨਾਂ ਸਾਡੇ ਕੋਲ ਚੋਇਸ ਕੀ ਆ, ਜਾਂ ਤਾਂ ਦੱਸ ਦਿਓ ਵੀ ਆਪਾਂ ਇਹ ਛੱਡ ਦਈਏ ਅਤੇ ਸਾਡੇ ਕੋਲ ਕੋਈ ਹੋਰ ਚੋਇਸ ਆ। ਇਹਦੇ ਨਾਲ ਇੱਕ ਜਿਹੜਾ ਬਹੁਤ ਸਵਾਲ ਜ਼ਿਆਦਾ ਸੋਸ਼ਲ ਮੀਡੀਆ 'ਤੇ ਉਠਾਇਆ ਗਿਆ, ਉਹਨੂੰ ਨੈਗੇਟਿਵ ਰੂਪ ਵਿੱਚ ਵੀ ਦਿਖਾਇਆ ਜਾ ਰਿਹਾ ਵੀ ਇਹ ਕੁਛ ਨਹੀਂ ਕਰ ਰਹੇ, ਜਿਹੜੇ ਫੜੇ ਹੋਏ ਨੌਜਵਾਨ ਆ, ਜਿਹੜੇ ਜੇਲ੍ਹਾਂ 'ਚ ਆ ਉਹਨਾਂ ਬਾਰੇ ਕੁਛ ਨਹੀਂ ਕਰ ਰਹੇ, ਜਾਂ ਜਿਹੜੀ ਆਪਣੀ ਕੁੜੀ ਪਿੱਛੇ ਫੋਟੋ ਵੀ ਲੱਗੀ ਆ ਨਵਦੀਪ ਕੌਰ, ਇਹ ਫੜੀ ਹੋਈ ਆ, ਕੁਛ ਨਹੀਂ ਕਰ ਰਹੇ। ਮੈਂ ਅੱਜ ਤੁਹਾਡੀ ਟਵੀਟ ਵੀ ਦੇਖੀ, ਤੁਸੀਂ ਬਹੁਤ ਸੋਹਣੀ ਟਵੀਟ ਇਹਨੇ ਨਵਦੀਪ ਕੌਰ ਦੇ ਹੱਕ ਦੇ ਵਿੱਚ ਕੀਤੀ ਸੀਗੀ। ਸੋ ਮੇਰਾ ਸਵਾਲ ਇਹ ਆ ਵੀ ਜਥੇਬੰਦੀਆਂ ਆਪਣੇ ਤੌਰ ਤੇ ਜਿਹੜੇ ਫੜੇ ਹੋਏ ਨੌਜਵਾਨ ਆ ਉਹਨਾਂ ਵਾਸਤੇ ਕੀ ਕਰ ਰਹੀਆਂ, ਕਿਉਂਕਿ ਖਬਰਾਂ ਸਾਹਮਣੇ ਨਹੀਂ ਆ ਰਹੀਆਂ, ਲੋਕੀ ਆਪਣੇ ਆਪਣੇ ਕਿਆਫੇ ਲਾ ਕੇ ਕਹਿ ਰਹੇ ਉਹ ਕੁਝ ਨਹੀਂ ਕਰ ਰਹੇ। ਸੋ ਉਹਦੇ ਬਾਰੇ ਜ਼ਰੂਰ ਦੱਸੋ ਸਾਨੂੰ। ਇਸ ਤਰ੍ਹਾਂ ਵੀ ਅਸੀਂ ਵਕੀਲਾਂ ਦਾ ਇੱਕ ਪੈਨਲ ਤਿਆਰ ਕੀਤਾ ਹੈ ਜਿਹਦਾ ਹੈੱਡਕੁਆਰਟਰ ਤਾਂ ਹੈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ 'ਚ। ਇਹ 2 ਵਕੀਲ ਹਰ ਵੇਲੇ ਸਾਡੀ ਸਟੇਜ ਦੇ ਪਿੱਛੇ ਵੀ ਬੈਠੇ ਰਹਿੰਦੇ ਆ। ਅਸੀਂ ਆਪਣਾ ਹੈਲਪਲਾਈਨ ਨੰਬਰ ਵੀ ਪਾਇਆ ਤੇ ਸਾਰੇ ਲੋਕਾਂ ਨੂੰ ਕਿਹਾ ਜਿੱਥੇ ਕਿਸੇ ਨੂੰ ਕੋਈ ਦਿੱਕਤ ਜਿਹੜੀ ਹੈ, ਜੇ ਕੁਛ, ਕਿਉਂਕਿ ਸਾਡੀ ਅੰਦਾਜ਼ੇ ਮੁਤਾਬਕ ਹਾਲੇ 25 ਤੋਂ 28 ਨੌਜਵਾਨ ਜਿਹੜੇ ਨੇ ਉਹ ਲਾਪਤਾ ਨੇ ਤੇ ਬਾਕੀ 122 ਨੌਜਵਾਨ ਜਿਹੜੇ ਨੇ ਉਹ ਜੇਲ੍ਹ 'ਚ ਨੇ, ਜਿਨ੍ਹਾਂ 'ਚੋਂ 6 ਦੀ ਜ਼ਮਾਨਤ 2-3 ਦਿਨ ਪਹਿਲਾਂ ਅਸੀਂ ਕਰਵਾ ਦਿੱਤੀ ਹੈ। ਅਸੀਂ ਉਹਨਾਂ ਵਾਸਤੇ ਜਿੰਨੀ ਕਾਨੂੰਨੀ ਰਾਏ ਹਰ ਪਾਸਿਓਂ ਸਾਡੇ ਕੋਲ ਵਕੀਲ ਵੀ ਆਫਰ ਕਰ ਰਹੇ ਨੇ, ਕੋਈ ਦਿੱਕਤ ਨਹੀਂ। ਅਸੀਂ ਸਾਰਾ ਜੋ ਉਹ ਕੇਸ ਲੜਨ ਤੇ ਜੋ ਕੁਝ ਵੀ ਆਏਗਾ ਉਹ ਅਸੀਂ ਸਾਰਿਆਂ ਦਾ ਅਸੀਂ ਆਪ ਕੇਸ ਲੜ ਰਹੇ ਹਾਂ। ਸਾਰੀ ਉਹਦੀ ਸਾਡੀ ਤਿਆਰੀ ਹੈ। ਪੈਨਲ ਬਣ ਗਏ, ਕੰਮ ਸ਼ੁਰੂ ਹੋ ਗਿਆ। ਸਿਰਫ ਇੱਕੋ ਬੇਨਤੀ ਕਰਦੇ ਹਾਂ, ਜਿਹੜੇ ਜਿਨ੍ਹਾਂ ਦੇ ਬੱਚੇ ਅੰਦਰ ਨੇ ਜੇਲ੍ਹਾਂ 'ਚ, ਉਹਨਾਂ ਨੂੰ ਅਸੀਂ ਕਿਹਾ ਵੀ ਆ ਕੇ ਇੱਕ ਵਕਾਲਤਨਾਮਾ ਜ਼ਰੂਰ ਸਾਈਨ ਕਰਕੇ ਦੇ ਜਾਓ। ਦੂਸਰਾ, ਜੇਲ੍ਹ ਵਿੱਚ ਅਸੀਂ ਜਿਹਦੀ ਕੰਟੀਨ ਹੈ ਉਹਨੂੰ ਕਿਹਾ ਵੀ ਇਹਨਾਂ ਬੱਚਿਆਂ ਨੂੰ ਕੋਈ ਚੀਜ਼ ਚਾਹੀਦੀ ਹੈ ਤੁਸੀਂ ਮਨਾ ਨਹੀਂ ਕਰਨਾ, ਪੈਸੇ ਅਸੀਂ ਦਿਆਂਗੇ। ਅਸੀਂ ਸਾਡੇ ਵੱਲੋਂ ਜੋ ਕੁਝ ਹੋਏਗਾ ਅਸੀਂ ਅਖੀਰ ਤੱਕ ਉਹ ਕੇਸ ਲੜਨ ਦਾ ਫੈਸਲਾ ਕੀਤਾ।
ਤੇ ਅਸੀਂ ਬਕਾਇਦਾ ਇਹਦਾ ਪੈਨਲ ਤਿਆਰ ਕਰਾਂਗੇ। ਬਹੁਤ ਵਧੀਆ। ਹਾਂਜੀ, ਅਗਲਾ ਸਵਾਲ ਰਾਜੇਵਾਲ ਸਾਹਿਬ ਇਹ ਜੀ ਆ, ਜਿੱਦਾਂ ਹੁਣ ਅਸੀਂ ਫੇਕ ਨਿਊਜ਼ ਤੇ ਦੇਖ ਰਹੇ ਹਾਂ ਵੀ ਜਿੱਦਾਂ ਮੈਂ ਫੇਕ ਨਿਊਜ਼ ਨੂੰ ਤਾਂ ਕਹਿੰਦਾ ਹੁੰਨਾ ਵੀ ਜਿੱਦਾਂ ਤੁਹਾਡੀ ਕਦੀ ਫੋਟੋ ਜਿਹੜੀ ਆ ਉਹ ਕੈਪਟਨ ਸਾਹਿਬ ਨਾਲ ਦਿਖਾਉਂਦੇ ਆ, ਕਦੀ ਉਹ ਤੁਹਾਡੀ ਫੋਟੋ ਆਮ ਆਦਮੀ ਨਾਲ ਪਾਉਂਦੇ ਆ, ਕਦੀ ਫਿਰ ਕਿਸੇ ਕਾਂਗਰਸੀ ਬੰਦੇ ਨਾਲ ਪਾਉਂਦੇ ਆ, ਵੀ ਸਾਨੂੰ ਕਦੀ ਆਮ ਝਾੜੂ ਵਾਲਿਆਂ ਨਾਲ ਪਾਉਂਦੇ। ਸਾਨੂੰ ਪਤਾ ਆ ਵੀ ਸਾਨੂੰ ਇਹ ਪਤਾ ਆ ਵੀ ਜਿਹੜੇ ਜਦੋਂ ਅਸੀਂ ਜੁੜੇ ਹੋਏ ਵੀ ਜਿਹੜੇ ਕਿਸਾਨ ਨੇਤਾ ਹੁੰਦਾ ਕਿਸੇ ਮਿਨਿਸਟਰ ਨੂੰ ਵੀ ਮਿਲ ਸਕਦਾ। ਕੀ ਤੁਹਾਨੂੰ ਲੋਕ ਜਾਣਨਾ ਚਾਹੁੰਦੇ ਆ ਇਹ ਵੀ ਕੀ ਤੁਸੀਂ ਕੋਈ ਇਦਾਂ ਦੀ MLA MP ਦੀ ਇਲੈਕਸ਼ਨ ਚਾਹਵਾਨ ਆ, ਜਾਂ ਵੀ ਤੁਹਾਡੀਆਂ ਫੋਟੋ ਕਿਉਂ ਨਾ ਸਾਰਿਆਂ ਨਾਲ? ਥੋੜਾ ਜਿਹਾ ਇਹਦੇ ਬਾਰੇ ਵੀ ਐਕਸਪਲੇਨ ਕਰ ਦਿਓ ਸੰਗਤ ਨੂੰ। ਇੱਕ ਗੱਲ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ, ਮੈਂ ਇਸ ਜਥੇਬੰਦੀ ਵਿੱਚ ਇਹਦੇ ਮੋਢੀਆਂ ਚੋਂ ਹਾਂ। 51 ਸਾਲ ਹੋ ਗਏ ਮੈਨੂੰ ਇਸੇ ਜਥੇਬੰਦੀ ਵਿੱਚ ਕੰਮ ਕਰਦੇ ਆ। ਬੜੇ ਮੌਕੇ ਮਿਲੇ, ਮੈਨੂੰ ਇੱਥੇ ਸਕੂਨ ਮਿਲਿਆ, ਇਸ ਕਰਕੇ ਮੈਂ ਇੱਧਰ ਉੱਧਰ ਕਿਤੇ ਨਹੀਂ ਗਿਆ। ਪਰ ਜਿੱਥੋਂ ਤੱਕ ਮਿਲਣ ਦਾ ਸਵਾਲ ਹੈ, ਅਕਸਰ ਜਿੰਨੀਆਂ ਲੜਾਈਆਂ ਨੇ, ਜਿੰਨੇ ਅੰਦੋਲਨ ਨੇ, ਉਹ ਸਾਰੇ ਸਰਕਾਰ ਨਾਲ ਮਿਲ ਕੇ ਬੈਠ ਕੇ ਗੱਲਬਾਤ ਨਾਲ ਹੱਲ ਹੋਣੇ ਨੇ। ਕਦੀ ਨਹੀਂ ਹੁੰਦਾ ਵੀ ਤੁਸੀਂ ਅੰਦੋਲਨ ਲੜੀ ਜਾਓ ਤੇ ਮਿਲੋ ਹੈ ਨਾ ਕਿਸੇ ਨੂੰ। ਤੇ ਅਸੀਂ ਸਾਰਿਆਂ ਨਾਲ, ਸਾਡੀ ਕੋਈ ਨਿੱਜੀ ਦੁਸ਼ਮਣੀ ਤਾਂ ਕਿਸੇ ਨਾਲ ਹੈ ਨਹੀਂ। ਬਹੁਤ ਸਾਰੇ ਜਿਹੜੇ ਨੇ ਸਿਆਸੀ ਲੀਡਰ ਉਹ ਆਪ ਆ ਕੇ ਵੀ ਮਿਲਦੇ ਨੇ। ਹੁਣ ਇੱਥੇ ਵੀ ਤੁਰੇ ਫਿਰਦੇ ਆ, ਕਈ ਵਾਰੀ ਆਪ ਕਢਾ ਕੇ ਜੀ ਫੋਟੋ ਕਰਾਉਣੀ ਹੈ ਤੁਹਾਡੇ ਨਾਲ, ਫੋਟੋ ਕਰਾ ਲੈਂਦੇ ਨੇ। ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਉਹਨਾਂ ਦੇ ਨਾਲ ਜੁੜ ਗਏ ਹਾਂ। ਅਸੀਂ ਆਪਣੇ ਜੁੜੇ ਹਾਂ ਸਿਰਫ ਆਪਣੀ ਜਥੇਬੰਦੀ ਦੇ ਨਾਲ। ਸਾਰੀ ਉਮਰ ਇਸੇ ਚ ਲਾਤੀ, ਇਸੇ ਦੇ ਵਿੱਚ ਲੰਘ ਚੱਲੀ, ਇਸੇ ਚ ਲੰਘ ਜਾਣੀ ਹੈ। ਇਹ ਮੈਂ ਸਮਝਦਾ ਜਿੰਨਾ ਅਣਜਾਣ ਪੁਣੇ ਦੀ ਗੱਲ ਹੈ ਇਹ ਹਰ ਜਥੇਬੰਦੀ ਵਾਲੇ ਨੇ, ਸਾਰੀਆਂ ਜਥੇਬੰਦੀਆਂ ਵਾਲੇ ਨੇ, ਜਿਹੜਾ ਵੀ ਰਾਜ ਸੱਤਾ ਚ ਹੈ, ਜਿਹੜਾ ਵੀ ਕੋਈ ਲੀਡਰ ਕਿਸਾਨਾਂ ਦਾ ਕੋਈ ਸਵਾਰ ਸਕਦਾ, ਉਹਨੂੰ ਮਿਲਣਾ ਹੀ ਹੁੰਦਾ। ਬਿਲਕੁਲ ਜੀ। ਜਿਹੜੀ ਤੁਸੀਂ ਗੱਲ ਕੀਤੀ ਨਾ, ਮੈਂ ਅੱਜ ਹੀ ਦੇਖ ਰਿਹਾ ਸੀ ਇੱਕ ਕਿਸੇ ਦੀ ਟਵੀਟ, ਉਹਨੇ ਪਾਈ ਹੋਈ ਸੀ ਤੁਹਾਡੀ ਫੋਟੋ, ਮੇਰਾ ਖਿਆਲ ਕਿਸੇ ਕਾਂਗਰਸੀ ਲੀਡਰ ਨਾਲ, ਤੇ ਉਹ ਉੱਤੇ ਲਿਖ ਰਿਹਾ ਸੀ ਕਿ ਆਹ ਦੇਖੋ ਜੀ ਇਹ ਕਾਂਗਰਸ ਦਾ ਬੰਦਾ ਆ ਰਾਜੇਵਾਲ, ਇਹ ਕਾਂਗਰਸ ਦੀ ਗੱਲ ਕਰਿਆ। ਉਹ ਥੱਲੇ ਹੀ ਇੱਕ ਬੰਦੇ ਨੇ ਉਹਦੇ ਤੇ ਹੀ ਕਾਮੈਂਟ ਕੀਤਾ ਹੋਇਆ ਸੀ, ਮੈਂ ਉਹ ਕਾਮੈਂਟ ਪੜ੍ਹ ਰਿਹਾ ਸੀ। ਉਹ ਕਹਿੰਦਾ ਪਹਿਲਾਂ ਆਪਣਾ ਮਾਈਂਡ ਤੇ ਬਣਾ ਲਓ, ਅੱਗੇ ਥੋੜੇ ਦਿਨ ਪਹਿਲਾਂ ਤੁਸੀਂ ਫੋਟੋ ਪਾਈ ਹੋਈ ਸੀ ਅਕਾਲੀਆਂ ਨਾਲ ਤੇ ਕਹਿ ਰਹੇ ਸੀ ਅਕਾਲੀ ਬੰਦਾ ਆ, ਪਹਿਲਾਂ ਇਹ ਤਾਂ ਦੱਸ ਦਿਓ ਵੀ ਤੁਸੀਂ ਅਕਾਲੀ ਬਣਾਉਣਾ ਉਹਨੂੰ ਕਿ ਕਾਂਗਰਸੀ ਬਣਾਉਣਾ। ਸੋ ਇਹਨਾਂ ਨੇ ਖੁਦ ਹੀ ਦੇਖੋ, ਇੱਕ ਵਾਰੀ ਫੋਟੋ ਤੁਹਾਡੀ ਆਮ ਆਦਮੀ ਨਾਲ ਪਾ ਦਿੰਦੇ ਆ, ਇੱਕ ਪਾਸੇ ਕਾਂਗਰਸ ਨਾਲ ਪਾ ਦਿੰਦੇ, ਇੱਕ ਪਾਸੇ ਅਕਾਲੀ। ਜਵਾਬ ਤਾਂ ਆਪ ਹੀ ਦੇ ਦਿੰਦੇ ਆ, ਜੇ ਕੋਈ ਧਿਆਨ ਨਾਲ ਸੋਚੇ ਵੀ ਉਹ ਤਾਂ ਜਿਹੜਾ ਲੀਡਰ ਆ ਉਹਨੇ ਤਾਂ ਹਰ ਇੱਕ ਨੂੰ ਮਿਲਣਾ ਹੀ ਹੁੰਦਾ ਆ। ਪਰ ਫਿਰ ਵੀ ਕਈ ਲੋਕ ਪਤਾ ਨਹੀਂ ਕੀ ਸੋਚ ਕੇ ਫਿਰ ਕਾਮੈਂਟ ਕਰਨ ਲੱਗ ਪੈਂਦੇ ਆ, ਉਹ ਪੁੱਠੀਆਂ ਸਿੱਧੀਆਂ ਪੋਸਟਾਂ ਪਾਉਣ ਲੱਗ ਪੈਂਦੇ। ਇੱਕ ਤਾਂ ਰਾਜੇਵਾਲ ਸਾਹਿਬ ਬਹੁਤ ਗੱਲ ਪਰਸੋਂ ਦੀ, ਇੱਕ ਮੈਂ ਤੁਹਾਡੀ ਗੱਲ ਕੱਟਣ ਲੱਗਾ, ਤੁਹਾਨੂੰ ਦੱਸਾਂ ਮੈਂ। ਆ ਜਿਹੜੇ ਸਾਡੇ ਨੌਜਵਾਨ ਬੱਚੇ ਜੇਲ੍ਹ 'ਚ ਨੇ, ਇਹਨਾਂ ਨੂੰ ਮਿਲਣ ਜਾਣਾ ਸੀ। ਉਹ ਹੈ ਦਿੱਲੀ ਦੀ ਜੇਲ੍ਹ 'ਚ ਨੇ। ਇਹਦੇ ਲਈ ਮੈਂ ਕੇਜਰੀਵਾਲ ਨੂੰ ਫੋਨ ਕੀਤਾ ਵੀ ਸਾਡੀ ਟੀਮ ਆ ਰਹੀ ਹੈ, ਇਹਨਾਂ ਦੀ ਮਦਦ ਕਰੋ, ਉਹਨਾਂ ਬੱਚਿਆਂ ਨਾਲ ਮੁਲਾਕਾਤ ਕਰਾਓ। ਉਹ ਟੀਮ ਜੇ ਜਾਈ, ਉਹ ਕੇਜਰੀਵਾਲ ਦੀ ਤਾਂ ਹੋ ਨਹੀਂ ਗਈ। ਕੇਜਰੀਵਾਲ ਨੇ ਉਸ ਦਿਨ ਕਹਿ ਦਿੱਤਾ ਜੀ ਆ ਜਾਓ ਕੱਲ ਨੂੰ 10 ਵਜੇ ਤੁਹਾਨੂੰ ਮਿਲਾ ਦੇਣਾ। ਉਹ ਫਿਰ ਕਿਤੇ ਪਤਾ ਨਹੀਂ ਸਰਕਾਰ ਨੂੰ ਪਤਾ ਲੱਗ ਗਿਆ, ਕੇਂਦਰ ਸਰਕਾਰ ਦਾ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਕਹਿ ਦਿੱਤਾ ਜੀ ਮੁਲਾਕਾਤ ਬੰਦ, ਕੋਈ ਸਿਰਫ ਘਰ ਦੇ ਮਿਲ ਸਕਦੇ ਨੇ, ਬਾਹਰਲਾ ਨਹੀਂ ਮਿਲ ਸਕਦਾ। ਫਿਰ ਉਹਨੇ ਵਰਚੁਅਲ ਮੀਟਿੰਗ ਕਰਵਾਈ ਉਹਨਾਂ ਬੱਚਿਆਂ ਦੇ ਨਾਲ। ਉਹ ਇਹਦਾ ਮਤਲਬ ਇਹ ਤਾਂ ਨਹੀਂ ਹੋ ਗਿਆ ਵੀ ਅਸੀਂ ਹੁਣ ਕੇਜਰੀਵਾਲ ਦੇ ਹੋ ਗਏ। ਅਸੀਂ ਜਥੇਬੰਦੀ ਦੇ ਕੰਮ ਲਈ ਕਿਸੇ ਵੀ ਜਿਹੜਾ ਉਸ ਸੀਟ ਤੇ ਬੈਠਾ ਉਹਦੇ ਨਾਲ ਗੱਲ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇਹਨਾਂ ਗੱਲਾਂ ਨਾਲ ਕੋਈ ਕਾਂਗਰਸੀ, ਅਕਾਲੀ, ਆਮ ਆਦਮੀ ਪਾਰਟੀ ਦਾ ਨਹੀਂ ਬਣ ਜਾਂਦਾ। ਹਰ ਬੰਦਾ ਜਿੱਥੇ ਖੜਾ ਉਹ ਆਪਣੀ ਜਥੇਬੰਦੀ ਦੇ ਨਾਲ ਖੜਾ। ਬਿਲਕੁਲ ਜੀ। ਆ ਜਿਹੜੀ ਤੁਸੀਂ ਗੱਲ ਕੀਤੀ ਨਾ, ਇਹ ਕੱਲ ਟਕੈਤ ਸਾਹਿਬ ਵੀ ਕਰਕੇ ਗਏ ਆ ਵੀ ਜੇ ਹੋਵੇ ਵੀ ਕਿਸੇ ਪਾਰਟੀ ਨਾਲ ਪਹਿਲਾਂ ਪੈਸ 'ਚ ਸੰਬੰਧ, ਅੱਜ ਦੇਖੋ ਅੱਜ ਅਸੀਂ ਕਿੱਥੇ ਖੜੇ ਆ। ਉਹ ਕਈ ਲੋਕੀ ਉਹ ਵੀ ਗਲਤ ਲੈ ਜਾਂਦੇ ਆ ਵੀ ਤੁਸੀਂ ਰਾਜਨਾਥ ਨੂੰ ਫੋਨ ਕੀਤਾ ਜੀ, ਤੁਸੀਂ ਹੁਣ ਬੀਜੇਪੀ ਦੇ ਹੋ ਗਏ ਇਹਦਾ ਮਤਲਬ। ਤੇ ਜੇ ਉਹ ਬੀਜੇਪੀ ਦੇ ਆ ਫਿਰ ਬੀਜੇਪੀ ਵਾਲਿਆਂ ਕੋਲ ਕਾਨੂੰਨ ਕਿਉਂ ਨਹੀਂ ਪਾਸ ਕਰਵਾ ਰਹੇ? ਸੋ ਇਹ ਸੋਚਦੇ ਨਹੀਂ ਕਾਮੈਂਟ ਕਰਨ ਲੱਗਿਆ। ਇਹਨਾਂ ਨੇ ਤਾਂ ਬਸ ਕਾਮੈਂਟ ਕਰਨੇ ਹੁੰਦੇ ਆ, ਕੋਈ ਨਾ ਕੋਈ ਬਹਾਨਾ ਲੱਭਣਾ ਹੁੰਦਾ, ਸਗੂਫਾ ਲੱਭਣਾ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਅੰਦੋਲਨ ਨੂੰ ਕਿਵੇਂ ਢਾਹ ਲਾਈ ਜਾ ਸਕੇ। ਹਾਂਜੀ, ਤੁਹਾਡੀ ਜਾਣਕਾਰੀ ਚ ਹੋਰ ਵਾਧਾ ਕਰਨ। ਹਾਂਜੀ, ਜਿਸ ਦਿਨ ਦੂਸਰੇ ਪਾਸੇ ਸਾਡੇ ਸਾਥੀਆਂ ਤੇ ਆ ਕੇ ਬੀਜੇਪੀ RSS ਦੇ ਬੰਦਿਆਂ ਨੇ ਅਟੈਕ ਕੀਤਾ, ਅਸੀਂ ਮੀਟਿੰਗ 'ਚ ਬੈਠੇ ਸੀ। ਸਾਡੀ ਮੀਟਿੰਗ ਉੱਥੋਂ ਕੋਈ 1.5-2 ਕਿਲੋਮੀਟਰ ਲਾਂਭੇ ਆ ਸਾਡਾ ਦਫ਼ਤਰ, ਜਿੱਥੇ ਮੀਟਿੰਗ ਸਾਡੀ ਹੋ ਰਹੀ ਸੀ। ਸਾਨੂੰ ਖਬਰ ਪਹੁੰਚੀ ਵੀ ਉੱਥੇ RSS ਤੇ ਬੀਜੇਪੀ ਦੇ ਲੋਕਾਂ ਨੇ ਆ ਕੇ ਅਟੈਕ ਕੀਤਾ, ਪੁਲਿਸ ਨਾਲ ਹੈ। ਇਮੀਡੀਏਟਲੀ ਰਕੇਸ਼ ਟਕੈਤ ਦੇ ਭਾਈ ਸਾਹਿਬ ਨੇ, ਯੁੱਧਵੀਰ ਸਿੰਘ ਟਕੈਤ, ਉਹਨਾਂ ਨੇ ਫੌਰਨ ਹੋਮ ਮਿਨਿਸਟਰ ਨਾਲ ਗੱਲ ਕੀਤੀ ਤੇ ਸਾਡੇ ਸਾਥੀਆਂ ਨੇ ਕਿਹਾ ਵੀ ਰਾਜੇਵਾਲ ਦੀ ਰਾਜਨਾਥ ਨਾਲ ਵੀ ਗੱਲ ਕਰਾਓ। ਉਹਨੇ ਨੰਬਰ ਮਿਲਾ ਤਾਂ ਮੈਂ ਉਹਦੇ ਨਾਲ ਵੀ ਗੱਲ ਕੀਤੀ ਵੀ ਤੁਸੀਂ ਕੀ ਕਰ ਰਹੇ ਹੋ, ਤੁਹਾਡੀ ਪਾਰਟੀ ਦੇ ਲੋਕ ਆ ਕੇ ਅਟੈਕ ਕਰਦੇ ਨੇ, ਪੁਲਿਸ
ਮੂਕ ਦਰਸ਼ਕ ਬਣੀ ਖੜੀ ਹੈ। ਅਸੀਂ ਜਿੰਨਾ ਸਖਤ ਸ਼ਬਦਾਂ ਵਿੱਚ ਉਹਨੂੰ ਕਹਿ ਸਕੇ ਉਹਨੂੰ ਕਿਹਾ, ਤੇ ਕਹਿਣਾ ਹਰ ਇੱਕ ਨੂੰ ਹੈ। ਫਿਰ ਅਸੀਂ ਤਾਂ ਆਪਣੀ ਡਿਊਟੀ ਨਿਭਾਉਣੀ ਹੈ, ਇਸ ਲਈ ਜੇ ਕਿਸੇ ਨੇ ਕੁਝ ਕਹਿਣਾ ਉਹਦੀ ਇੱਛਾ, ਅਸੀਂ ਆਪਣਾ ਕੰਮ ਕਰ ਰਹੇ ਹਾਂ। ਬਿਲਕੁਲ ਬਿਲਕੁਲ। ਔਰ ਇਹੀ ਮੇਨ ਲੀਡਰ ਦੀ ਨਿਸ਼ਾਨੀ ਹੁੰਦੀ ਆ ਵੀ ਜਿੰਨੇ ਮਰਜ਼ੀ ਆਲੇ ਦੁਆਲੇ ਲੱਤਾਂ ਖਿੱਚਦੇ ਰਹਿਣ, ਉਹ ਗੱਲਾਂ ਨੂੰ ਇਗਨੋਰ ਕਰਕੇ ਉਹ ਆਪਣਾ ਟਾਰਗੇਟ ਦੇਖ ਕੇ, ਮੱਛੀ ਦੀ ਅੱਖ ਦੇਖ ਕੇ ਉਧਰ ਨੂੰ ਤੁਰਿਆ ਚੱਲੇ। ਔਰ ਤੁਸੀਂ ਬਹੁਤ ਵਧੀਆ ਜਿਹੜਾ ਬੇਖੂਬੀ ਨਿਭਾ ਰਹੇ ਹੋ। ਮੈਨੂੰ ਪਤਾ ਤੁਹਾਡੀ ਤਬੀਅਤ ਵੀ ਥੋੜੀ ਜਿਹੀ ਢਿੱਲੀ ਹੋਈ ਆ, ਕਿਉਂਕਿ ਇਸ ਏਜ ਦੇ ਵਿੱਚ ਇੰਨੇ ਥਾਵਾਂ ਤੇ ਜਾਣਾ, ਸਾਰੀ ਦਿਹਾੜੀ ਭੱਜ ਦੌੜ ਕਰਨੀ ਵੀ ਥੋੜੀ ਜਿਹੀ ਔਖੀ ਹੁੰਦੀ ਆ। ਤੇ ਅਗਲਾ ਸਵਾਲ ਮੇਰਾ, ਸੋਸ਼ਲ ਮੀਡੀਆ ਤੇ ਪਿਛਲੇ 3 ਦਿਨਾਂ ਤੋਂ ਖਾਸ ਕਰਕੇ ਉਹੀ ਜੁੰਡਲੀ ਜਿਹਦਾ ਜ਼ੋਰ ਲੱਗਾ ਹੋਇਆ, ਉਹ ਜੁੰਡਲੀ ਬਾਰੇ ਵੀ ਮੈਂ ਤੁਹਾਡੇ ਜਾਣ ਤੋਂ ਬਾਅਦ ਗੱਲ ਕਰੂੰਗਾ ਥੋੜੀ ਜਿਹੀ ਸੰਗਤ ਨਾਲ ਵੀ ਉਹ ਜੁੰਡਲੀ ਹੈ ਕਿਹੜੀ ਆ। ਉਹਨਾਂ ਦਾ ਇੱਕ ਹੋਰ ਬੜਾ ਜ਼ੋਰ ਲੱਗਾ ਹੋਇਆ, ਦੇਖੋ ਜੀ ਆ ਸਰਜੀਤ ਸਿੰਘ ਫੂਲ ਤੇ ਹਰਪਾਲ ਸਿੰਘ ਸੰਘਾ, ਇਹਨਾਂ ਨੂੰ ਵਿੱਚੋਂ ਕੱਢ ਦਿੱਤਾ। ਇਹਨਾਂ ਉੱਤੇ ਕੋਈ ਡਿਸਪਲਿਨਰੀ ਐਕਸ਼ਨ ਲਿਆ ਆ, ਇਹ ਹੁਣ ਵਿੱਚੋਂ ਕੱਢ ਦਿੱਤੇ ਗਏ ਆ। ਉਹ ਇਹ ਸ਼ੋਅ ਕਰ ਰਹੇ ਆ ਵੀ ਇਹਨਾਂ ਨੂੰ ਕੱਢ ਦਿੱਤਾ ਜੀ, ਇਹ ਜੀ ਸਿੱਖਾਂ ਦੀ ਗੱਲ ਕਰਦੇ ਸੀ, ਇਹ ਸਿੱਖੀ ਦੀ ਗੱਲ ਕਰਦੇ ਸੀ। ਹਰਪਾਲ ਸਿੰਘ ਉਹਨਾਂ ਨੇ ਮੇਰਾ ਖਿਆਲ ਇੱਕ ਬਿਆਨ ਦੇ ਦਿੱਤਾ ਵੀ ਲੀਡਰ ਹੀ ਦੱਸੂਗੇ ਵੀ ਕਿਉਂ ਸਾਨੂੰ ਕੱਢਿਆ ਆ। ਤੇ ਉਸ ਤੋਂ ਬਾਅਦ ਉਹ ਚੱਕ ਕੇ ਪੋਸਟਾਂ ਪਾਈ ਜਾ ਰਹੇ ਆ, ਦੇਖੋ ਜੀ ਇਹਨਾਂ ਨੂੰ ਕੱਢਤਾ। ਉਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਉਹ ਕੀ ਕਹਾਣੀ ਆ, ਕਿਉਂਕਿ ਅਸੀਂ ਵੀ ਇੱਕ ਸੰਸਥਾ ਚਲਾਉਂਦੇ ਆ, ਉਹਦੇ ਅਸੀਂ ਵੀ ਪਾਰਟ ਆ, ਸਾਡੇ ਵੀ 60-70 ਮੈਂਬਰ ਆ। ਔਰ ਕਈ ਵਾਰੀ ਤੁਹਾਨੂੰ ਉੱਥੇ ਫੈਸਲੇ ਲੈਣ ਲਈ ਵੋਟਿੰਗ ਵੀ ਕਰਨੀ ਪੈਂਦੀ ਆ, ਵੀ ਜਦੋਂ ਫੈਸਲਾ ਅੜਿਆ ਹੁੰਦਾ ਵੀ ਜਿੱਥੇ ਬਹੁਮਤ ਹੋਊਗਾ ਆਪਾਂ ਉਧਰ ਨੂੰ ਹੋ ਜਾਾਂਗੇ, ਆਪਾਂ ਉਹ ਫੈਸਲਾ ਲੈ ਲਾਂਗੇ। ਮੇਰਾ ਖਿਆਲ ਉਹਨਾਂ ਦਾ ਫਰੇਮ ਸ਼ਾਇਦ। ਸੋ ਉਹ ਮੇਰਾ ਸਵਾਲ ਉੱਥੇ ਹੀ ਆ ਫਿਰ ਵੀ ਇਹਦੇ ਬਾਰੇ ਤੁਸੀਂ ਦੱਸੋ, ਕਿਉਂਕਿ ਬਾਹਰ ਤੱਕ ਕਿਆਫੀ ਹੀ ਆ ਵੀ ਕੀ ਹੋਇਆ ਕੀ ਨਹੀਂ ਹੋਇਆ। ਕਿਉਂਕਿ ਮੈਂ ਕਹਿ ਰਿਹਾ ਸੀ ਵੀ ਅਸੀਂ ਵੀ ਸੰਸਥਾ ਚਲਾਉਂਦੇ ਆ, ਉੱਥੇ ਡਿਸੀਜਨ ਲੈਣੇ ਪੈਂਦੇ ਆ ਔਰ ਹਰੇਕ ਨੂੰ ਉਹੀ ਦੇਣਾ ਪੈਂਦਾ। ਹਾਂਜੀ, ਪਰਿਵਾਰ ਹੈ, ਹਾਂਜੀ, ਉਸ ਪਰਿਵਾਰ ਵਿੱਚ ਕਿਸੇ ਤੋਂ ਕੋਈ ਗਲਤੀ ਹੁੰਦੀ ਹੈ ਉਹਨੂੰ ਝਿੜਕਣਾ ਵੀ ਹੁੰਦਾ। ਨਾ ਅਸੀਂ ਉਹ ਹਾਲੇ ਕੱਢੇ ਹੈ, ਨਾ ਉਹਨਾਂ ਨੂੰ ਇਹੋ ਜਿਹੀ ਕੋਈ ਗੱਲ ਹੈ। ਉਹ ਤਾਂ ਇੱਕ ਕਮੇਟੀ ਬਣਾਈ ਹੈ ਜਿਹੜੀ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ। ਉਹ ਜੇ ਪਰਿਵਾਰ 'ਚ ਇੱਕ ਜੀ ਕੋਈ ਗਲਤੀ ਕਰੇ, ਉਹਨੂੰ ਪਰਿਵਾਰ ਦੇ ਵਿੱਚ ਬਿਠਾ ਕੇ ਘੂਰਨਾ ਜਾਂ ਉਹਨੂੰ ਠੀਕ ਕਰਨਾ, ਉਹਨੂੰ ਗਲਤੀ ਦਰੁਸਤ ਕਰਨ ਵਾਸਤੇ ਕਹਿਣਾ ਕੋਈ ਮਾੜੀ ਗੱਲ ਨਹੀਂ ਹੁੰਦੀ। ਇਹ ਅਸੀਂ ਸੋਚ ਰਹੇ, ਕਿਸੇ ਨੂੰ ਬਾਹਰਲਿਆਂ ਨੂੰ ਕੀ ਚਿੰਤਾ ਹੈ, ਸਾਡਾ ਪਰਿਵਾਰ ਅਸੀਂ ਆਪੇ ਠੀਕ ਕਰ ਲਾਂਗੇ। ਬਿਲਕੁਲ ਬਿਲਕੁਲ। ਆ ਜਿਹੜੀ ਤੁਸੀਂ ਗੱਲ ਕੀਤੀ ਨਾ, ਇੱਕ ਪਾਸੇ ਕਹਿੰਦੇ ਆ ਜੀ ਇਹ ਸਾਰੇ, ਇਹ ਦੇਖੋ ਜੀ ਇਹਨਾਂ ਨੂੰ ਅੰਦਰ ਬੈਠ ਕੇ ਇਹ ਫੈਸਲੇ ਕਰਨੇ ਚਾਹੀਦੇ, ਬਾਹਰ ਪਬਲਿਕ 'ਚ ਨਹੀਂ ਲੈ ਕੇ ਆਉਣੇ ਚਾਹੀਦੇ। ਦੂਜੇ ਪਾਸੇ ਉਹੀ ਬੰਦੇ ਬਾਅਦ 'ਚ ਪੋਸਟ ਪਾ ਦਿੰਦੇ ਆ ਜੀ ਸਾਨੂੰ ਕਿਉਂ ਨਹੀਂ ਦੱਸਦੇ ਤਾਂ ਅੰਦਰ ਕੀ ਹੋ ਰਿਹਾ ਆ। ਇਹਨਾਂ ਦਾ ਕੋਈ ਦੀਨ ਧਰਮ ਨਹੀਂ ਗਾ ਜਿਹੜਾ ਫੇਸਬੁੱਕ ਤੇ ਪੋਸਟਾਂ ਪਾਉਂਦੇ ਆ। ਇਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਵੀ ਕੱਲ ਅਸੀਂ ਕਿਹੜਾ ਕਮੈਂਟ ਕੀਤਾ ਸੀ ਤੇ ਅੱਜ ਅਸੀਂ ਕਿਹੜਾ ਕਮੈਂਟ ਕਰ ਰਹੇ ਆ। ਇਹਨਾਂ ਨੇ ਉਹੀ ਗੱਲ ਆ ਵੀ ਇਹਨਾਂ ਨੇ ਵਿੱਚੋਂ ਨੈਗੇਟਿਵਿਟੀ ਲੱਭਣੀ ਹੁੰਦੀ ਆ ਵੀ ਪੂਰੀ ਗੱਲ ਦੇ ਵਿੱਚੋਂ ਨੈਗੇਟਿਵ ਗੱਲ ਕਿਹੜੀ ਲੱਭੀ ਜਾਵੇ। ਉਹਨਾਂ ਨੇ ਵੀ ਅੱਜ ਫਿਰ ਵੀਡੀਓ ਆਈ ਹੈ ਸਰਜੀਤ ਫੂਲ ਹੋਣਾ ਦੀ, ਡੱਲੇਵਾਲ ਹੋਣਾ ਦੇ ਨਾਲ ਬੈਠ ਕੇ ਬੜੀ ਵਧੀਆ ਕਾਨਫਰੰਸ ਕਰ ਰਹੇ ਆ, ਇਹੋ ਜਿਹਾ ਕੋਈ ਚੱਕਰ ਨਹੀਂ। ਸੋ ਅੰਦਰ ਦੀਆਂ ਜਿਹੜੀਆਂ ਗੱਲਾਂ ਆ, ਉਹ ਗੱਲਾਂ ਜਿਹੜੀਆਂ ਉਹ ਤਾਂ ਹੀ ਵਧੀਆ ਚੱਲ ਰਿਹਾ ਹਾਲੇ ਤੱਕ ਕੰਮ, ਕਿਉਂਕਿ ਇਹ ਜਿਹੜੀਆਂ 31-32 ਜਥੇਬੰਦੀਆਂ ਇਹ ਮੀਟਿੰਗਾਂ ਦੇ ਵਿੱਚ ਸਾਰੇ ਬੈਠ ਕੇ ਇਕੱਠੇ ਫੈਸਲੇ ਲੈ ਰਹੇ ਆ। ਜੇ ਸਾਰੇ ਇੱਕ ਇੱਕ ਕਰਕੇ ਵੱਖਰੇ ਵੱਖਰੇ ਬਿਆਨ ਦੇਣ ਲੱਗ ਪਏ 31-32, ਤਾਂ ਦੇਖੋ ਕੀ ਹਾਲਾਤ ਹੋਊਗੀ। ਹਾਲਤ ਤਾਂ ਹੁਣੇ ਹੀ ਮਾੜੀ ਹੋਈ ਪਈ ਆ। ਜਿਹੜੇ ਇੱਕ ਦੋ ਬਾਹਰ ਫਿਰਦੇ ਆ ਉਹੀ ਕਾਮੈਂਟ ਕਰਨੋਂ ਨਹੀਂ ਹਟਦੇ, ਪੋਸਟਾਂ ਪਾਉਣ ਨੂੰ ਨਹੀਂ ਹਟਦੇ, ਬਿਆਨ ਦੇਣੋਂ ਨਹੀਂ ਹਟਦੇ। ਜੇ ਸਾਰੇ ਦੇ ਸਾਰੇ 31-32 ਇੱਦਾਂ ਕਰਨ ਲੱਗ ਪੈਣ ਤਾਂ ਫਿਰ ਦੇਖੋ ਕੀ ਬਣ ਜਾਊਗਾ। ਸੋ ਬਹੁਤ ਵਧੀਆ ਜਿਹੜੀ ਤੁਸੀਂ ਗੱਲ ਕੀਤੀ ਵੀ ਇਹ ਪਰਿਵਾਰ ਆ, ਇਹ ਪਰਿਵਾਰ ਦਾ ਫੈਸਲਾ ਅੰਦਰ ਜਿਹੜਾ ਹੁੰਦਾ ਆ, ਬਾਕੀ ਬਾਹਰ ਸਾਂਝਾ ਫੈਸਲਾ ਜਾਂਦਾ ਆ। ਇੱਕ ਬਾਰ-ਬਾਰ ਫੇਸਬੁੱਕ ਤੇ ਵੀ ਕਾਮੈਂਟ ਆ ਰਹੇ ਆ ਵੀ ਤੁਸੀਂ ਵੋਟਿੰਗ ਕਿਉਂ ਕੀਤੀ। ਮੈਂ ਵੈਸੇ ਕੱਲ ਜਵਾਬ ਦੇ ਦਿੱਤਾ ਸੀ ਇਸ ਦਾ ਵੀ ਬਹੁਤੀ ਜਥੇਬੰਦੀਆਂ ਵਿੱਚ ਮੈਜੋਰਟੀ ਦੀ ਵੋਟਿੰਗ ਹੀ ਲਈ ਜਾਂਦੀ ਹੁੰਦੀ ਆ, ਤੇ ਉਹ ਮੈਜੋਰਟੀ ਜਿੱਧਰਲੇ ਪਾਸੇ ਹੁੰਦੀ ਆ ਉਹਨੂੰ ਵੀ ਬੜੇ ਨੈਗੇਟਿਵ ਰੂਪ 'ਚ ਪੇਸ਼ ਕੀਤਾ ਵੀ 11-12 ਜਿੱਦਾਂ ਖਬਰ ਬਾਹਰ ਆਈ ਆ ਵੀ ਉਧਰ ਨੂੰ ਕਿਉਂ ਖੜੇ ਸੀ ਉਹਨਾਂ ਨੂੰ ਮੰਨਣ ਵਾਸਤੇ। ਪਰ ਇਹ ਨਹੀਂ ਸੋਚਦੇ ਵੀ ਮੰਨਿਆ ਤਾਂ ਨਹੀਂ ਨਾ, ਐਂਡ 'ਤੇ ਤਾਂ ਇਹੀ ਰਿਜ਼ਲਟ ਆ ਵੀ ਨਹੀਂ ਅਸੀਂ ਕਾਨੂੰਨਾਂ ਨੂੰ ਨਹੀਂ ਮੰਨਣਾ। ਸੋ ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ ਵੀ ਉਹ ਕੀ ਕਹਾਣੀ ਆ। ਇਸ ਤਰ੍ਹਾਂ ਜੀ ਵੀ ਜਥੇਬੰਦੀਆਂ 32 ਇਸੇ ਤਰ੍ਹਾਂ ਚੱਲ ਸਕਦੀਆਂ ਜੇ ਸਾਰਿਆਂ ਦੀ ਸਲਾਹ ਲੈ ਕੇ ਚੱਲੋਗੇ। ਪਰ ਸਲਾਹ ਲੈਣ ਵੇਲੇ ਕਿਸੇ ਦੀ ਰਾਏ ਕੋਈ ਵੀ ਹੋ ਸਕਦੀ ਹੈ, ਕਿਸੇ ਦੀ ਪੋਜ਼ਿਟਿਵ ਕਿਸੇ ਦੀ ਨੈਗੇਟਿਵ। ਸਾਡਾ ਅੱਜ ਤੋਂ ਨਹੀਂ, ਜਦੋਂ ਤੇ ਅਸੀਂ ਇਕੱਠੇ ਹੋਏ ਉਦੋਂ ਤੋਂ ਹੀ ਅਸੂਲ ਬਣਾਇਆ ਹੋਇਆ ਵੀ ਜੇ ਇੱਕ ਸੁਰ ਸਾਰੇ ਨਹੀਂ ਹੁੰਦੇ ਤਾਂ ਬਹੁਮਤ ਨਾਲ ਫੈਸਲਾ ਲੈ ਲਓ। ਅਸੀਂ ਆਪੋ ਵਿੱਚ ਹੀ ਵੋਟਿੰਗ ਉੱਦਾਂ ਵੋਟਿੰਗ ਵਰਚੁਅਲ ਨਹੀਂ ਹੁੰਦੀ, ਅਸੀਂ ਬੈਠ ਕੇ ਲਿਖ ਲੈਂਦੇ ਹਾਂ ਵੀ ਕਿਹਦੀ ਰਾਏ ਕੀ ਹੈ, ਗਿਣ ਲੈਂਦੇ ਹਾਂ ਵੀ ਕਿੰਨੇ ਬੰਦਿਆਂ ਨੇ ਇੱਕ ਪਾਸੇ ਰਾਏ ਦਿੱਤੀ ਹੈ, ਕਿੰਨੇ ਨੇ ਦੂਸਰੇ ਪਾਸੇ। ਫਿਰ ਉਹ ਮੈਜੋਰਟੀ ਨਾਲ ਫੈਸਲਾ ਹੋ ਜਾਂਦਾ, ਬਾਕੀ ਸਾਰੇ ਮੰਨ ਲੈਂਦੇ ਨੇ। ਸਾਡਾ ਡਿਸੀਜਨ ਹੁਣ ਤਾਂ ਹੀ ਇਸੇ ਕਰਕੇ ਚੱਲਿਆ ਵੀ ਜੇ ਕੋਈ ਡਿਸੀਜਨ ਹੋ ਜਾਂਦਾ, ਮੇਰੀ ਰਾਏ ਫਰਜ਼ ਕਰ ਲਓ ਕਿ ਉਲਟ ਹੈ, ਮੇਰੇ ਖਿਲਾਫ ਫੈਸਲਾ ਹੋ ਗਿਆ, ਤਾਂ ਮੇਰੀ ਡਿਊਟੀ ਬਣਦੀ ਔਰ ਹੁੰਦਾ ਮੈਂ ਪਾਲਣ ਕਰਦਾ ਉਸ ਫੈਸਲੇ ਦਾ ਵੀ ਜਿਹੜਾ ਦੂਜੇ ਸਾਥੀਆਂ ਨੇ ਫੈਸਲਾ ਕਰ ਦਿੱਤਾ ਤੇ ਉਹ ਮੇਰਾ ਫੈਸਲਾ, ਮੈਂ ਬਾਹਰ ਨਿਕਲ ਕੇ ਉਹੀ ਕਹਾਂਗਾ ਜਿਹੜਾ ਮੈਜੋਰਟੀ ਨੇ ਫੈਸਲਾ ਕੀਤਾ।
तो ये साडा काम करन दा ढंग है, शुरू ते अपनाया होया, अज कोई नवां नहीं। ਬਿਲਕੁਲ ਬਿਲਕੁਲ ਬਿਲकुल ਔਰ ਚੱਲਣਾ ਵੀ ਇਦਾਂ ਹੀ ਚਾਹੀਦਾ। ਇਸ ਤੋਂ ਬਿਨਾ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ। ਉੱਥੇ ਆਪਸ 'ਚ ਲੜ ਥੋੜਾ ਪੈਣਾ ਵੀ ਤੂੰ ਇਦਾਂ ਕਿਹਾ ਤੇ ਅਸੀਂ ਇਦਾਂ ਕਿਹਾ ਤੇ ਚਲੋ ਆਪਾਂ ਅਲੱਗ-ਅਲੱਗ ਹੋ ਜਾਂਦੇ ਆ। ਇਹ ਗੱਲਾਂ ਸੋਚਦੇ ਨਹੀਂ ਹੈਗੇ ਲੋਕ, ਜਿਹੜੇ ਇਸ ਗੱਲ ਨੂੰ ਤੂਲ ਦਿੰਦੇ ਆ ਜਾਂ ਉਹ ਪਾਉਂਦੇ ਆ। ਉਹ ਕਹਿੰਦੇ ਜੀ ਵੋਟਾਂ ਪੈਣੀਆਂ ਨਹੀਂ ਚਾਹੀਦੀਆਂ। ਰੱਤੀ ਪਰ ਵੀ ਕੋਈ ਫਰਕ ਨਹੀਂ ਸਾਡਾ ਆਪੋ ਵਿੱਚ। ਸਾਡਾ ਇਹ ਜਿਹੜਾ ਫਾਰਮੂਲਾ ਹੈ ਸ਼ੁਰੂ ਤੋਂ ਅੱਜ ਤੱਕ ਬਿਲਕੁਲ ਠੀਕ ਕੰਮ ਕਰ ਰਿਹਾ ਹੈ ਔਰ ਇਹਦੇ ਰਿਜ਼ਲਟ ਸਾਰੇ ਅੱਛੇ ਆ ਰਹੇ ਨੇ। ਬਾਹਰੋਂ ਕੋਈ ਕੁਝ ਕਹੀ ਜੇ ਉਹਨਾਂ ਨੂੰ ਕੀ ਪਤਾ ਸਾਡੇ ਅੰਦਰ ਕੀ ਹੈ। ਅਸੀਂ ਅੰਦਰਲੀ ਗੱਲ ਸਾਡੇ ਆਪੋ ਵਿੱਚ ਹੀ ਵਿਚਾਰ ਕੇ ਆਪਣੇ ਕੋਲ ਹੀ ਰੱਖ ਲੈਂਦੇ ਹਾਂ। ਬਿਲਕੁਲ। ਹਾਂਜੀ ਜਗਮੋਹਨ ਸਿੰਘ ਜੀ। ਹਾਂਜੀ, ਇੱਕ ਸਵਾਲ ਮੇਰਾ ਹੋ ਰਿਹਾ ਤੇ ਰਾਜੇਵਾਲ ਸਾਹਿਬ, ਮੈਨੂੰ ਜਿਹੜੀ ਬਾਰ-ਬਾਰ ਸਾਨੂੰ ਉਹ ਸਵਾਲ ਆਈ ਜਾਂਦਾ ਵੀ ਜਿਹੜੇ ਅੰਦਰ ਬੈਠੇ ਆ ਉਹਨਾਂ ਤੇ ਕੀ ਕੰਮ ਕਰ ਰਹੇ ਹੋ। ਸੋ ਉਹ ਤੁਸੀਂ ਸਾਨੂੰ ਸਾਰੇ ਦਰਸ਼ਕਾਂ ਨੂੰ ਦੱਸ ਦਿੱਤਾ ਹੈ ਵੀ ਅਸੀਂ ਆਲਰੇਡੀ ਕਮੇਟੀ ਬਣਾ ਲਈ ਆ ਤੇ ਉਹਦੇ ਉੱਪਰ ਵਰਕ ਕਰ ਰਹੇ ਆ। ਅੰਦਰ ਉਹਨਾਂ ਦਾ ਖਾਣ ਪੀਣ ਦਾ ਖਰਚਾ ਵੀ ਜਿਹੜਾ ਆ ਅਸੀਂ ਉਹ ਵੀ ਲੈ ਰਹੇ ਆ। ਹੋਰ ਇੱਕ ਅੱਗੇ ਆ ਵੀ ਪੰਜਾਬ ਤੋਂ ਹੁਣ ਤੁਹਾਨੂੰ ਕਿੰਨਾ ਕੀ ਪੰਜਾਬ ਤੋਂ ਹੁਣ ਹੋਰ ਜ਼ਿਆਦਾ ਟਰਾਲੀਆਂ ਆ ਰਹੀਆਂ ਆ ਜਾਂ ਹੋਰ ਲੋਕ ਆ ਰਹੇ ਆ, ਇਹਦੇ ਬਾਰੇ ਵੀ ਜ਼ਰੂਰ ਸੰਗਤ ਨੂੰ ਦੱਸੋ। ਨਹੀਂ, ਪੰਜਾਬ ਤੋਂ ਕੋਈ ਕਮੀ ਨਹੀਂ ਜੀ। ਪਹਿਲਾਂ ਵਾਂਗ ਹੀ ਟਰਾਲੀਆਂ ਹੋਰ ਆ ਰਹੀਆਂ। ਜੇ 2 ਟਰਾਲੀਆਂ ਚੱਲੀਆਂ ਤੇ 4 ਨਵੀਆਂ ਹੋਰ ਆ ਜਾਂਦੀਆਂ ਨੇ। ਇਸੇ ਤਰ੍ਹਾਂ ਹਰਿਆਣੇ 'ਚ ਇਸ ਵੇਲੇ, ਕਿਉਂਕਿ ਜਦੋਂ ਪਹਿਲਾ ਗੇੜ ਸੀਗਾ ਉਦੋਂ ਹਰਿਆਣਾ ਥੋੜਾ ਜਿਹਾ ਘੱਟ ਆਇਆ ਸੀ, ਹੁਣ ਹਰਿਆਣਾ ਪੰਜਾਬ ਨਾਲੋਂ ਵੀ ਵੱਧ ਕੇ ਹੈ। ਇਸੇ ਤਰ੍ਹਾਂ ਤੁਸੀਂ ਹੈਰਾਨ ਹੋਵੋਗੇ, ਜਿਹੜੀਆਂ ਕੱਲ ਬੈਂਗਲੌਰ ਦੇ ਵਿੱਚ ਕੀ ਹੋਇਆ, ਬੰਬੇ ਵਿੱਚ ਲੱਖਾਂ ਲੋਕਾਂ ਨੇ ਜਿਹੜਾ ਸੀ ਇਹਦੇ ਵਿੱਚ ਸਾਥ ਦਿੱਤਾ। ਜਿਹੜੇ ਅਸੀਂ ਕੱਲ 3 ਘੰਟੇ ਦਾ ਟ੍ਰੈਫਿਕ ਜਾਮ ਸੀ, 21 ਸਟੇਟਾਂ 'ਚ ਜਾਮ ਰਿਹਾ, ਪੂਰਾ ਪੀਸਫੁਲ। ਔਰ ਸਾਨੂੰ ਕਈ ਬੰਦੇ, ਸਾਡੇ ਕੋਲ ਸਾਰੀਆਂ ਗੱਲਾਂ ਆ ਜਾਂਦੀਆਂ, ਜਿਹੜੇ ਜਥੇਬੰਦੀ ਚਲਾਉਂਦੇ ਨੇ ਉਹਨਾਂ ਨੇ ਫੈਸਲਾ ਲੈਣਾ ਹੁੰਦਾ। ਸਾਡੇ ਕੋਲ ਕੱਲ ਪਰਸੋਂ ਕੋਈ ਸਲਾਹ ਆ ਗਿਆ, ਮੈਸੇਜ ਕਿਸੇ ਤਰ੍ਹਾਂ ਲੀਕ ਹੋ ਕੇ ਖਬਰ ਆ ਗਈ, ਬੀਜੇਪੀ ਵਾਲੇ ਸਾਡੇ ਟਕੈਤ ਸਾਹਿਬ ਵੱਲੋਂ ਝੰਡੇ ਵੀ ਲੈ ਗਏ, ਉਹਨਾਂ ਦੀਆਂ ਟੋਪੀਆਂ ਵੀ ਲੈ ਗਏ ਵੀ ਉਹਨਾਂ ਨੇ ਯੂਪੀ 'ਚ ਗੜਬੜ ਕਰਨੀ ਹੈ। ਮੈਂ ਸੀ, ਟਕੈਤ ਸਾਹਿਬ ਸੀ ਉੱਥੇ ਇੱਕ ਦਿਨ ਪਹਿਲਾਂ, ਅਸੀਂ ਸਲਾਹ ਜੀ ਕੀਤੀ। ਅਸੀਂ ਉੱਥੇ ਐਲਾਨ ਕਰਤਾ ਵੀ ਯੂਪੀ ਔਰ ਉੱਤਰਾਖੰਡ ਉਹ ਟ੍ਰੈਫਿਕ ਜਾਮ ਨਹੀਂ ਕਰਨਗੇ, ਉਹ ਤਾਂ ਮੈਮੋਰੈਂਡਮ ਦੇਣਗੇ, ਬਾਕੀ ਸਾਰੇ ਹਿੰਦੁਸਤਾਨ 'ਚ ਟ੍ਰੈਫਿਕ ਜਾਮ ਕਰਾਂਗੇ। ਅਸੀਂ ਉਹ ਜਿਹੜਾ ਕਨਫਰੰਟੇਸ਼ਨ ਸੀ ਉਹ ਬਚਾ ਲਈ, ਪਰ ਫਿਰ ਵੀ ਬਹੁਤ ਤਾਂ ਯੂਪੀ ਦੇ ਵਿੱਚ ਫਿਰ ਵੀ ਟ੍ਰੈਫਿਕ ਜਾਮ ਹੋਇਆ। ਹੁਣ ਇਹ ਗੱਲਾਂ ਸਾਰੀਆਂ ਓਪਨ ਕਰਕੇ ਫਿਰ ਤਾਂ ਸਰਕਾਰ ਨੂੰ ਸਾਡਾ ਭੇਤ ਲੱਗ ਜੂਗੇ ਕੀ ਕਰਨ ਵਾਲੇ ਨੇ। ਜੇ ਉਹਨਾਂ ਨੇ ਚੁਸਤੀ ਕੀਤੀ, ਸਾਨੂੰ ਪਤਾ ਲੱਗ ਗਈ, ਅਸੀਂ ਬਚਾ ਕਰ ਲਿਆ। ਤੋ ਹਰ ਪਾਸੇ ਬਹੁਤ ਸਫਲਤਾ ਨਾਲ ਚੱਲ ਰਿਹਾ ਮੋਰਚਾ, ਕਿਸੇ ਪਾਸੇ ਕੋਈ ਕਮੀ ਨਹੀਂ। ਬਹੁਤ ਸਾਰੀਆਂ ਸਟੇਟਾਂ ਨੇ ਆਪਣੇ ਨੁਮਾਇੰਦੇ, ਕਿਸੇ ਦੇ 500, ਕਿਸੇ ਦਾ 1000, ਕਿਸੇ ਦਾ 2000 ਡੈਲੀਗੇਟ ਇੱਥੇ ਪਹੁੰਚੇ ਹੋਏ ਨੇ। ਈਵਨ ਗੁਜਰਾਤ ਚੋਂ ਨੇ, ਮਹਾਰਾਸ਼ਟਰ ਤੋਂ ਨੇ, ਉੜੀਸਾ ਤੋਂ ਨੇ, ਛੱਤੀਸਗੜ੍ਹ ਤੋਂ ਨੇ, ਝਾਰਖੰਡ ਤੋਂ ਨੇ, ਰਾਜਸਥਾਨ, ਪੰਜਾਬ, ਹਰਿਆਣਾ, ਉੱਤਰਾਖੰਡ, ਯੂਪੀ, ਇਹ ਤਾਂ ਸਾਰੇ ਪਹਿਲਾਂ ਤੋਂ ਬੈਠੇ ਨੇ। ਤੋ ਇਸ ਵੇਲੇ ਸਾਰੇ ਦੇਸ਼ ਵਿੱਚ ਅੰਦੋਲਨ ਫੈਲ ਗਿਆ। ਹੁਣ ਸਰਕਾਰ ਅੰਦਰ ਖਾਤੇ ਮੰਨਦੀ ਹੈ ਵੀ ਇਸ ਅੰਦੋਲਨ ਦੀ ਜਿਹੜੀ ਧਮਕ ਹੈ ਸਾਰੇ ਦੇਸ਼ 'ਚ ਪੈਣ ਲੱਗੀ ਹੈ ਤੇ ਅੰਦੋਲਨ ਫੇਰ ਪੂਰੇ ਜੋਬਨ ਤੇ ਕੋਈ ਕਮੀ ਨਹੀਂ। ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕੀਤੀ ਨਾ, ਅੰਦੋਲਨ ਪੂਰੀ ਜੋਬਨ ਤੇ ਆ। ਤੇ ਇਹ ਵੀ ਜਿਹੜੀ ਤੁਸੀਂ ਗੱਲ ਕਰਤੀ ਕਲੀਅਰ ਵੀ ਉੱਥੇ ਯੂਪੀ ਦੇ ਵਿੱਚ ਕਿਉਂ ਇਹ ਫੈਸਲਾ ਲਿਆ ਗਿਆ ਸੀ, ਇਹਨੂੰ ਵੀ ਕਈਆਂ ਨੇ ਨੈਗੇਟਿਵ ਰੂਪ 'ਚ ਕੀਤਾ ਆ। ਇਹ ਵੀ ਮੈਂ ਟਵੀਟ ਦੇਖੀ ਆ, ਇੱਕ ਦੋ ਕਹਿੰਦੇ ਜੀ ਦੇਖੋ ਟਕੈਤ ਸਾਹਿਬ ਇਹਨਾਂ ਦੇ ਨਾਲ ਨਹੀਂ ਹੈਗੇ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਨਹੀਂ ਚੱਕਾ ਜਾਮ ਕਰਨਾ। ਇਹਨੂੰ ਵੀ ਉਧਰਲੇ ਪਾਸੇ ਨੂੰ ਲੈ ਗਏ ਕਈ ਲੋਕ ਜਿਹੜੇ ਫੇਸਬੁੱਕ ਤੇ ਨੈਗੇਟਿਵ ਪੋਸਟਾਂ ਪਾਉਂਦੇ। ਉਹ ਬਹੁਤ ਵੱਡੀ ਐਗਜ਼ਾਮਪਲ ਆ ਵੀ ਕਿਵੇਂ ਇੱਕੋ ਖਬਰ ਨੂੰ ਬਦਲਿਆ ਜਾਂਦਾ, ਘੁਮਾ ਦਿੱਤਾ ਜਾਂਦਾ ਆ ਉਹ ਆਪਣੇ ਐਂਗਲ ਦੇ ਨਾਲ ਕਰਕੇ। ਇਹ ਜਿਹੜੇ IT ਸੈੱਲ ਵਾਲੇ ਆ ਨਾ, ਇਹ 2-3 ਤਰ੍ਹਾਂ ਨਾਲ ਕੰਮ ਕਰਦੇ ਆ। ਇੱਕ ਤਾਂ ਬੀਜੇਪੀ ਦੇ IT ਸੈੱਲ ਪੇਡ ਆ, ਉਹਨਾਂ ਨੇ ਬੰਦੇ ਬਿਠਾਏ ਹੋਏ ਆ ਬਹੁਤ। ਵੀਰਾਂ ਨੂੰ ਬੇਨਤੀ ਆ, ਕੋਈ ਕਾਲ ਨਹੀਂ ਹਾਲੇ ਅਸੀਂ ਲੈ ਸਕਦੇ ਔਰ ਕਾਲ ਲਵਾਂਗੇ ਵੀ ਨਹੀਂ, ਬਾਅਦ 'ਚ ਕਾਲਾਂ ਤੁਹਾਡੀਆਂ ਸਾਰਿਆਂ ਦੀਆਂ ਲਵਾਂਗੇ, ਹਾਲੇ ਕਾਲਾਂ ਨਾ ਕਰੋ। ਸੋ IT ਸੈੱਲ ਵਾਲੇ ਪੇਡ ਆ, ਉਹ ਕੰਮ ਕਰਦੇ ਆ। ਦੂਜੇ ਬੀਜੇਪੀ ਦੇ ਜਿਹੜੇ ਪੇਰੋਲ ਦੇ ਉੱਤੇ ਹੁੰਦੇ, ਬਹੁਤ ਸਾਲਾਂ ਤੋਂ ਬੈਠੇ ਹੋਏ ਆ, ਉਹ ਉਹਨਾਂ ਨੇ ਇਹੋ ਜਿਹੇ ਮੌਕਿਆਂ ਵਾਸਤੇ ਰੱਖੇ ਹੁੰਦੇ ਆ ਵੀ ਜਦੋਂ ਔਖਾ ਵੇਲਾ ਆਇਆ ਉਦੋਂ ਕੱਢਾਂਗੇ ਉਹਨਾਂ ਨੂੰ। ਉਹ ਕੰਮ ਕਰਦੇ ਆ। ਕੁਛ ਬੰਦੇ ਉਹ ਹੁੰਦੇ ਆ ਜਿਹੜੇ ਅੰਨੇ ਭਗਤ ਹੁੰਦੇ ਆ ਬੀਜੇਪੀ ਦੇ, ਉਹਨਾਂ ਨੇ ਕੁਛ ਹੋ ਜਾਵੇ ਉਹਨਾਂ ਨੇ ਉਹਦੇ ਹੱਕ 'ਚ ਬੋਲਣਾ। ਹਰ ਬੰਦੇ ਦੇ ਅੰਨੇ ਭਗਤ ਹੁੰਦੇ ਆ, ਸਾਡੇ ਵੀ ਕੁਛ ਹੋਊਗੇ, ਬਾਬਿਆਂ ਦੇ ਹੁੰਦੇ ਆ, ਹਰ ਧਰਮ ਦੇ ਹੁੰਦੇ, ਹਰ ਤਰ੍ਹਾਂ ਦੇ ਹੁੰਦੇ ਆ। ਕੁਛ ਜਿਹੜੇ ਧਰਮ ਦੀ ਰੰਗਤ ਦੇ ਕੇ ਉਸ ਐਂਗਲ ਦੇ ਉੱਤੋਂ ਉਹ ਜਾਣ ਬੁੱਝ ਕੇ ਦਿੱਤੀ ਗਈ ਧਰਮ ਦੀ ਰੰਗਤ ਵੀ ਜਿਹੜੇ ਕੱਟੜਪੰਥੀ ਆ ਉਹ ਕਰਨ। ਸੋ ਉਹ ਕੁਛ ਗਿਣਤੀ ਦੇ ਵਿੱਚ ਮੈਂ ਕੱਲ ਬੈਠਾ ਮੈਂ ਕਿਹਾ ਚੱਲ ਦੇਖਦਾ ਕਿੰਨੀਆਂ ਪੋਸਟਾਂ ਪੋਜ਼ਿਟਿਵ ਆ ਤੇ ਕਿੰਨੀਆਂ ਨੈਗੇਟਿਵ ਆ। ਉਹ ਨੈਗੇਟਿਵ ਪੋਸਟਾਂ ਉਹੀ ਬੰਦੇ ਆ ਜਿਹੜੇ ਬਾਰ-ਬਾਰ ਟਵੀਟ ਕਰ ਰਹੇ ਆ ਔਰ ਇੱਕ ਬੰਦੇ ਨੇ 10-10 ਆਈਡੀਆਂ ਬਣਾਈਆਂ ਹੋਈਆਂ। ਜੋ ਤੁਸੀਂ ਦੇਖੋ ਤੁਹਾਨੂੰ ਪਾ ਲੈਂਦਾ ਇੱਕ ਦੂਜੇ ਫਰੈਂਡ ਲਿਸਟ ਆ। ਇੱਕ ਸਪਸ਼ਟ ਕਰਾਂ ਗੱਲ, ਹਾਂਜੀ, ਉਹ ਜਿੰਨੀ ਮਰਜ਼ੀ ਪੋਸਟਾਂ ਪਾਉਣ, ਅਸੀਂ ਆਪਣਾ ਧਿਆਨ ਹੀ ਨਹੀਂ ਉਧਰ ਕਰਦੇ। ਮੈਂ ਤਾਂ ਆਪਣਾ ਫੋਨ ਹੀ ਨਹੀਂ ਔਨ ਕਰਦਾ ਉਹਨਾਂ ਵਾਸਤੇ। ਵਾਈ ਸ਼ੁਡ ਆਈ ਵੇਸਟ ਮਾਈ એનર્ਜੀ? ਵੈਰੀ ਗੁੱਡ। ਮੇਰਾ ਫੋਕਸ
ਆਪਣੀ ਜਥੇਬੰਦੀ ਦੇ ਕੰਮਾਂ ਤੇ ਹੈ, ਮੇਰਾ ਫੋਕਸ ਆਪਣੀ ਜਥੇਬੰਦੀ ਦੀਆਂ ਮੰਗਾਂ ਤੇ ਹੈ। ਉਹਨਾਂ ਦੇ ਵਿੱਚ ਇੱਕ ਨਵੀਂ ਮੰਗ ਸਗੋਂ ਅਸੀਂ ਇਹ ਐਡ ਕਰਤੀ ਵੀ ਸਾਡੇ ਜਿਹੜੇ ਮੁੰਡੇ ਜੇਲ੍ਹ 'ਚ ਬੈਠੇ ਨੇ ਉਹਨਾਂ ਨੂੰ ਅਸੀਂ ਨਾਲ ਰਿਹਾ ਕਰਾਉਣਾ ਜਿੱਦਣ ਸਾਡਾ ਫੈਸਲਾ ਹੋਏਗਾ। ਤਾਂ ਇਹ ਅਸੀਂ ਆਪਣੇ ਕੰਮ ਤੇ ਫੋਕਸ ਕਰਦੇ ਹਾਂ। ਤਾਂ ਵਿਹਲੇ ਲੋਕ ਨੇ, ਉਹਨਾਂ ਨੂੰ ਹੋਰ ਕੋਈ ਕੰਮ ਨਹੀਂ। ਹਾਂ, ਜਿੰਨਾ ਚਿੱਕੜ ਸਿੱਟਣਗੇ ਸਾਨੂੰ, ਜਿੱਥੇ ਕਿਤੇ ਸਾਡੀ ਗਲਤੀ ਹੋਊਗੀ ਉਹਨੂੰ ਅਸੀਂ ਆਪਣੇ ਆਪ 'ਚ ਸੁਧਾਰ ਲਾਂਗੇ, ਸਗੋਂ ਚੰਗੀ ਗੱਲ ਹੈ। ਪਰ ਇੱਕ ਗੱਲ ਜ਼ਰੂਰ ਰੱਖਣ ਵੀ ਸਾਨੂੰ ਛੋਟੇ ਹੁੰਦਿਆਂ ਨੂੰ ਨਾ ਮਾਪੇ ਜਿਹੜੇ ਸੰਸਕਾਰ ਦਿੰਦੇ ਨੇ ਅਸੀਂ ਉਹੀ ਜਿਹੀ ਭਾਸ਼ਾ ਵਰਤਦੇ ਹਾਂ। ਮੈਂ ਇਦਾਂ ਦੀ ਭਾਸ਼ਾ ਪਸੰਦ ਨਹੀਂ ਕਰਦਾ, ਇਸ ਕਰਕੇ ਮੈਂ ਤਾਂ ਕਈ ਟੋਟਲੀ ਇਗਨੋਰ ਕਰਤਾ। ਉਹ ਜੋ ਮਰਜ਼ੀ ਕਹੀ ਜਾਣ, ਮੈਨੂੰ ਮਾੜਾ ਕਹਿਣ, ਗਾਲਾਂ ਕੱਢਣ, ਧਮਕੀਆਂ ਦੇਣ, ਰੋਜ਼ ਧਮਕੀਆਂ ਦਿੰਦੇ ਨੇ ਵੀ ਅਸੀਂ ਮਾਰ ਦੇਣਾ, ਤੈਨੂੰ ਜਾਣ ਨਹੀਂ ਦੇਣਾ, ਪਿੰਡ ਫਲਾਣ। ਮੈਂ ਕਿਹਾ ਪਤਾ ਨਹੀਂ ਕੁਦਰਤ ਵਾਲੇ ਨੇ ਜਿਹੜੀ ਲਿਖੀ, ਜਿੱਦੀ ਲਿਖੀ ਉਦਾਂ ਹੀ ਮਰਨਾ। ਮੈਂ ਬਹੁਤਾ ਬੌਦਰ ਨਹੀਂ ਕਰਦਾ, ਇਸ ਕਰਕੇ ਮੈਨੂੰ ਆਪਣੇ ਕੰਮ ਤੇ ਕੰਸੰਟਰੇਸ਼ਨ ਮੇਰੀ ਜ਼ਿਆਦਾ ਹੈ। ਇਹਨਾਂ ਜਿਹੜੇ ਮੈਂ ਤਾਂ ਕਦੀ ਪੜ੍ਹੇ ਵੀ ਨਹੀਂ ਇਹਨਾਂ ਦੇ ਸੋਸ਼ਲ ਮੀਡੀਆ ਤੇ ਕੀ ਇਹਨਾਂ ਨੇ ਕਮੈਂਟ ਕੀਤੇ ਨੇ, ਮੈਨੂੰ ਇਹਦੇ ਸਮਾਂ ਨਹੀਂ ਹੈ ਮੇਰੇ ਕੋਲ ਇਹਨਾਂ ਵੇਸਟ